ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਗੁਰਨਿੰਦਕਾਂ ਦਾ ਸੁਭਾਅ, ਇਸ ਦੇ ਉੱਤੇ ਆਪਣੀ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈਗਾ। ਜਿਵੇਂ ਗੁਰਬਾਣੀ ਦੇ ਅੰਦਰ ਸਾਨੂੰ ਬਹੁਤ ਸਾਰੇ ਜੀਵ ਜੰਤੂਆਂ ਦੇ ਸੁਭਾਅ ਦਾ ਸਹਿਜ ਦੇ ਵਿੱਚ ਹੀ ਪਤਾ ਲੱਗ ਜਾਂਦਾ ਹੈਗਾ ਕਿ ਇਹੋ ਜਿਹੇ ਜਿਹੜੇ ਜੀਵ ਜੰਤੂ ਆ ਉਹ ਆਪਣੇ ਸੁਭਾਅ ਤੋਂ, ਆਪਣੀਆਂ ਆਦਤਾਂ ਤੋਂ ਮਜਬੂਰ ਹੁੰਦੇ ਆ। ਇਸੇ ਤਰ੍ਹਾਂ ਜਿਹੜੇ ਗੁਰਨਿੰਦਕ ਹੁੰਦੇ ਆ, ਮਨਮੁਖ ਹੁੰਦੇ ਆ, ਉਹ ਵੀ ਆਪਣੇ ਸੁਭਾਅ ਤੋਂ ਮਜਬੂਰ ਹੁੰਦੇ ਆ। ਜਿਵੇਂ ਆਪਾਂ ਪਹਿਲਾਂ ਦੇਖਦੇ ਹਾਂ ਕਿ ਅੱਖ ਅਤੇ ਜਵਾਹ ਦੋ ਪੌਦੇ ਹੈਗੇ ਆ, ਪਰ ਜਦੋਂ ਮੀਂਹ ਪੈਂਦਾ ਹੈ, ਬਾਰਿਸ਼ ਹੁੰਦੀ ਹੈ, ਬਾਰਿਸ਼ ਦੇ ਨਾਲ ਜਿੱਥੇ ਸਾਰੀ ਜਿਹੜੀ ਬਨਸਪਤੀ ਆ ਉਹ ਹਰੀ ਭਰੀ ਹੋ ਜਾਂਦੀ ਆ, ਪਰ ਇਹਦੇ ਵਿੱਚ ਅੱਖ ਅਤੇ ਜਵਾਹੇ ਦਾ ਜਿਹੜਾ ਪੌਦਾ ਹੈ ਉਹ ਸੁੱਕ ਜਾਂਦਾ ਹੈਗਾ। ਦੂਸਰਾ ਕੀ ਹੁੰਦਾ ਹੈ, ਜਿਵੇਂ ਚੇਤ ਦੇ ਮਹੀਨੇ ਸਾਰੀ ਜਿਹੜੀ ਬਨਸਪਤੀ ਖਿਲਦੀ ਆ, ਪਰ ਕਰੀਰ ਦਾ ਜਿਹੜਾ ਦਰਖਤ ਇੱਕ ਐਸਾ ਦਰਖਤ ਆ ਜਿਹੜਾ ਨਹੀਂ ਮੌਲਦਾ, ਜਿਹੜਾ ਨਹੀਂ ਖਿਲਦਾ। ਇਹੋ ਹੀ ਸੁਭਾਅ ਜਿਹੜਾ ਨਿੰਦਕਾਂ ਦਾ ਹੁੰਦਾ ਹੈ। ਉਹਨਾਂ ਦਾ ਸੁਭਾਅ ਅੱਖ ਅਤੇ ਜਵਾਹੇ ਅਤੇ ਕਰੀਰ ਵਰਗਾ ਹੁੰਦਾ ਹੈਗਾ। ਇਸ ਤਰ੍ਹਾਂ ਹਨ ਆਪਾਂ ਦੇਖਦੇ ਹਾਂ ਕਿ ਜਿਵੇਂ ਸਿੰਮਲ ਦਾ ਦਰਖਤ ਹੈਗਾ, ਬੜਾ ਉੱਚਾ ਅਤੇ ਬੜਾ ਵੱਡਾ ਅਤੇ ਫੈਲਿਆ ਹੋਇਆ ਹੁੰਦਾ ਹੈ, ਪਰ ਉਹਨੂੰ ਜੋ ਫਲ ਲੱਗਦੇ ਹਨ ਉਹ ਸਦਾ ਹੀ ਅਫਲ ਰਹਿੰਦੇ ਆ। ਭਾਵ ਕੀ ਹੈ, ਉਹਨਾਂ ਫਲਾਂ ਦਾ ਕੋਈ ਰਸ ਨਹੀਂ, ਕੋਈ ਮੇਵਾ ਨਹੀਂ, ਕੋਈ ਸਵਾਦ ਨਹੀਂ ਹੁੰਦਾ ਹੈ। ਪਰ ਕਈ ਵਾਰ ਆਪਾਂ ਦੇਖਦੇ ਹਾਂ ਕਿ ਜਿਹੜੇ ਤੋਤੇ ਜਾਨਵਰ ਉਸ ਫਲ ਨੂੰ ਖਾਣ ਦੀ ਉਮੀਦ ਦੇ ਵਿੱਚ ਉਸ ਸਿੰਬਲ ਦੇ ਦਰਖਤ ਦੇ ਫਲ ਨੂੰ ਮੂੰਹ ਦੇ ਨਾਲ ਜਾਂ ਆਪਣੀ ਚੁੰਝ ਦੇ ਨਾਲ ਉਹਨੂੰ ਟੁੱਕਦੇ ਆ। ਚੁੰਝ ਹੁੰਦੀ ਆ ਉਹ ਉਸ ਫਲ ਦੇ ਵਿੱਚ ਜਿਹੜੀ ਫਸ ਜਾਂਦੀ ਆ, ਅਤੇ ਉਸ ਫਲ ਦੇ ਨਾਲ ਜਿਹੜਾ ਤੋਤੇ ਦੀ ਚੁੰਝ ਆ ਉਸ ਫਲ ਦੇ ਵਿੱਚੋਂ ਬਾਹਰ ਨਹੀਂ ਨਿਕਲਦੀ, ਅਤੇ ਇਹਦਾ ਸਿੱਟਾ ਕੀ ਹੁੰਦਾ ਹੈ, ਤੋਤਾ ਉੱਥੇ ਲਮਕ ਜਾਂਦਾ ਹੈਗਾ, ਅਤੇ ਉਹ ਲਮਕਿਆ ਹੋਇਆ ਫਿਰ ਆਪਣੇ ਪ੍ਰਾਣ ਉੱਥੇ ਗਵਾ ਬੈਠਦਾ ਹੈਗਾ। ਸੋ ਇਹੋ ਜਿਹੇ ਜਿਹੜੇ ਵਿਅਕਤੀ ਹੈਗੇ ਆ, ਜਿਹੜੇ ਤੋਤੇ ਦੀ ਨਿਆਈ ਹੁੰਦੇ ਆ, ਲੇਕਿਨ ਗੁਰਨਿੰਦਕ ਜਿਹੜੇ ਸਿੰਮਲ ਦੇ ਰੁੱਖ ਦੀ ਤਰ੍ਹਾਂ ਹੁੰਦੇ ਆ। ਜਦੋਂ ਇਹਨਾਂ ਦੀ ਸੰਗਤ ਕਰਦੇ, ਸੰਗਤ ਦੇ ਵਿੱਚ ਉਹ ਆਪਣਾ ਜਿਹੜਾ ਜੀਵਨ ਹੈ ਨਾ ਇਸ ਤੋਤੇ ਵਾਂਗੂ ਵਿਅਰਥ ਗਵਾ ਕੇ ਸੰਸਾਰ ਤੋਂ ਚਲੇ ਜਾਂਦੇ ਆ। ਫਿਰ ਅਗਲਾ ਆਪਾਂ ਦੇਖਦੇ ਹਾਂ ਕਿ ਜਿਵੇਂ ਬਾਂਸ ਦਾ ਜਿਹੜਾ ਪੌਦਾ ਹੁੰਦਾ ਹੈਗਾ, ਬਾਂਸ ਦਾ ਪੌਦਾ ਚੰਦਨ ਦੇ ਲਾਗੇ ਰਹਿੰਦਾ ਹੋਇਆ ਵੀ ਹੈ ਨਾ ਕਦੇ ਵੀ ਸੁਗੰਧਤ ਦੇ ਵਿੱਚ ਨਹੀਂ ਭਰਦਾ, ਉਹਦੇ ਅੰਦਰ ਕਦੀ ਸੁਗੰਧੀ ਨਹੀਂ ਹੁੰਦੀ। ਇਹੋ ਹੀ ਸੁਭਾਅ ਜਿਹੜਾ ਇਹ ਗੁਰਨਿੰਦਕਾਂ ਦਾ ਹੁੰਦਾ ਹੈ। ਇਹ ਭਾਵੇਂ ਸਤ ਸੰਗਤ ਦੇ ਵਿੱਚ ਬੈਠਣ, ਪਰ ਇਹਨਾਂ ਦੇ ਅੰਦਰ ਵੀ ਇਸ ਤਰ੍ਹਾਂ ਦੀ ਕੋਈ ਸੁਗੰਧੀ ਨਹੀਂ ਪੈਂਦੀ ਹੈ। ਫਿਰ ਅਗਲਾ ਆਪਾਂ ਦੇਖਦੇ ਹਾਂ ਕਿ ਜਿਵੇਂ ਸ਼ੰਖ ਹੈਗਾ, ਸ਼ੰਖ ਜਦੋਂ ਸਮੁੰਦਰ ਮੰਥਨ ਦੇ ਵਿੱਚੋਂ 14 ਰਤਨਾਂ ਦੇ ਨਾਲ ਕੱਢਿਆ ਗਿਆ ਸੀਗਾ, ਪਰ ਇਹ ਜਿਹੜਾ ਸ਼ੰਖ ਸੀਗਾ ਇਹ ਰਤਨਾਂ ਦੇ ਅੰਦਰ ਨਹੀਂ ਗਿਣਿਆ ਜਾਂਦਾ। ਇਸੇ ਤਰ੍ਹਾਂ ਜਿਹੜੇ ਗੁਰਨਿੰਦਕ ਹੈਗੇ ਆ, ਚਾਹੇ ਕਿਸੇ ਵੀ ਮਿਆਦ ਦੇ ਵਿੱਚ, ਕਿਸੇ ਵੀ ਕਮੇਟੀ ਦੀ ਸੇਵਾ ਦੇ ਵਿੱਚ ਇਹਨਾਂ ਨੂੰ ਅਸੀਂ ਰੱਖ ਲਈਏ, ਪਰ ਅਸਲ ਦੇ ਵਿੱਚ ਕੀ ਹੁੰਦੇ ਆ, ਇਹਨਾਂ ਦੀ ਜਿਹੜੀ ਬਿਰਤੀ ਸ਼ੰਖ ਦੀ ਨਿਆਈ ਹੁੰਦੀ ਆ, ਅਤੇ ਇਹ ਸਿਰਫ ਉਸ ਕੰਮ ਦੇ ਵਿੱਚ ਉਹਨੂੰ ਸਿਰੇ ਚੜਾਉਣ ਨਾਲੋਂ ਉਹਦੇ ਵਿੱਚ ਅੜਿੱਕਾ ਪਾਉਣਾ ਜਿਹੜਾ ਹੈ ਨਾ ਆਪਣਾ ਮੁੱਖ ਕੰਮ ਜਾਂ ਮੁੱਖ ਭੂਮਿਕਾ ਉਹਦੇ ਵਿੱਚ ਅਦਾ ਕਰਦੇ ਰਹਿੰਦੇ ਆ। ਇਸੇ ਤਰ੍ਹਾਂ ਜਿਵੇਂ ਬੰਗਲਾ ਹੁੰਦਾ ਹੈਗਾ, ਬੰਗਲਾ ਜਿਹੜਾ ਹੈ ਨਾ ਸਮਾਧੀ ਦਾ ਨਾਟਕ ਕਰਦਾ ਹੈਗਾ, ਪਰ ਜਦੋਂ ਸਮਾਧੀ ਦਾ ਨਾਟਕ ਕਰਦਾ ਹੈਗਾ ਤਾਂ ਪਰ ਇਸ ਨਾਟਕ ਦੇ ਵਿੱਚ ਇਹਦੀ ਜਿਹੜੀ ਬਿਰਤੀ ਹੁੰਦੀ ਹੈ, ਸ਼ਿਕਾਰ ਕਰਨ ਦਾ ਸੁਭਾਅ ਜਿਹੜਾ ਹੁੰਦਾ ਹੈ, ਇਹ ਸ਼ਿਕਾਰ ਕਰਨ ਦਾ ਸੁਭਾਅ ਆਪਣੀ ਸਮਾਧੀ ਦੇ ਨਾਟਕ ਦੇ ਅੰਦਰ ਕਦੀ ਨਹੀਂ ਤਿਆਗਦਾ। ਪਰ ਜਦੋਂ ਵੀ ਇਹਦਾ ਦਾਅ ਲੱਗਦਾ ਹੈ, ਜਿਵੇਂ ਬੰਗਲਾ ਜਿਹੜਾ ਛੱਪੜ ਦੇ ਕੰਢੇ ਬੈਠਾ ਹੋਇਆ ਵੀ ਮੱਛੂ ਅਤੇ ਡੱਡੀਆਂ ਖਾਂਦਾ ਰਹਿੰਦਾ ਹੈਗਾ, ਇਸ ਤਰ੍ਹਾਂ ਜਿਹੜੇ ਗੁਰਨਿੰਦਕ ਹੈਗੇ ਆ ਇਹ ਆਪਣੀ ਸਮਾਧੀ ਦੇ ਨਾਟਕ ਦੇ ਅੰਦਰ ਆਪਣਾ ਇਸ ਤਰ੍ਹਾਂ ਦਾ ਜਿਹੜਾ ਸੁਭਾਅ ਹੈ ਬੰਗਲੇ ਵਰਗਾ ਕਦੀ ਨਹੀਂ ਛੱਡਦੇ। ਸੋ ਅਗਲੇ ਆਪਾਂ ਨਾ ਪੱਥਰ ਦੀ ਗੱਲ ਕਰਦੇ ਹਾਂ। ਜਿਵੇਂ ਜਿਹੜਾ ਪਾਰਸ ਨਾਲ ਛੋਹ ਕੇ 8 ਧਨਤਾਂ ਜਿਹੜੀਆਂ ਸੋਨਾ ਹੋ ਜਾਂਦੀਆਂ, ਪਰ ਪੱਥਰ ਜਿਹੜਾ ਹੈ ਨਾ ਪਾਰਸ ਦੇ ਨਾਲ ਲੱਗਦਾ ਹੋਇਆ ਵੀ ਕਦੀ ਸੋਨਾ ਨਹੀਂ ਬਣਦਾ, ਉਹ ਪੱਥਰ ਦਾ ਪੱਥਰ ਹੀ ਰਹਿੰਦਾ ਹੈ। ਇਹੋ ਹੀ ਸੁਭਾਅ ਜਿਹੜਾ ਹੈ ਨਾ ਗੁਰਨਿੰਦਕਾਂ ਦਾ ਹੁੰਦਾ ਹੈ। ਸੋ ਅੱਗੇ ਆਪਾਂ ਦੇਖਦੇ ਹਾਂ ਕਿ ਜਿਵੇਂ ਸੱਪ ਹੈ, ਸੱਪ ਨੂੰ ਅਸੀਂ ਜਿੰਨਾ ਮਰਜ਼ੀ ਦੁੱਧ ਪਿਲਾਈਏ, ਚਾਹੇ ਉਹ ਮਣੀ ਵਾਲਾ ਸੱਪ ਵੀ ਕਿਉਂ ਨਾ ਹੋਵੇ, ਪਰ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਸੱਪ ਜਿਹੜਾ ਹੈ ਨਾ ਕਦੀ ਵੀ ਜ਼ਹਿਰ ਨਹੀਂ ਛੱਡਦਾ। ਸੋ ਇਹੋ ਹੀ ਸੁਭਾਅ ਜਿਹੜਾ ਹੈ ਨਾ ਗੁਰਨਿੰਦਕਾਂ ਦਾ ਹੁੰਦਾ ਹੈ। ਸੋ ਅੱਗੇ ਆਪਾਂ ਦੇਖਦੇ ਹਾਂ ਜਿਵੇਂ ਮਿਰਗ ਹੈ, ਮਿਰਗ ਜੋ ਹੁੰਦਾ ਹੈ ਉਹਦੇ ਅੰਦਰ ਕਸਤੂਰੀ ਹੁੰਦੀ ਆ, ਲੇਕਿਨ ਹਮੇਸ਼ਾ ਝਾੜੀਆਂ ਦੇ ਵਿੱਚ ਮੂੰਹ ਮਾਰਦਾ ਰਹਿੰਦਾ ਹੈਗਾ, ਅਤੇ ਝਾੜੀਆਂ 'ਤੇ ਮੂੰਹ ਮਾਰਦੇ ਕਰਕੇ ਉਹਦੀ ਸਾਰੀ ਜਿਹੜੀ ਜ਼ਿੰਦਗੀ ਹੈ ਨਾ ਉਦਾਸਤਾ ਦੇ ਵਿੱਚ ਬਤੀਤ ਹੋ ਜਾਂਦੀ ਆ। ਅਤੇ ਇਹੋ ਜਿਹਾ ਸੁਭਾਅ ਜਿਹੜਾ ਗੁਰਨਿੰਦਕਾਂ ਦਾ ਹੁੰਦਾ ਹੈ, ਕਿਉਂਕਿ ਉਹਨਾਂ ਦੇ ਜੋ ਅਸਲ ਸੋਝੀ ਹੁੰਦੀ ਹੈ ਉਹ ਤਾਂ ਉਹਨਾਂ ਦੇ ਅੰਦਰ ਜਾਂ ਅੰਤਰ ਆਤਮੇ ਦੇ ਵਿੱਚ, ਅੰਤਰ ਸੁਰਤੀ ਦੇ ਅੰਦਰ ਹੁੰਦੀ ਹੈ, ਪਰ ਉਹ ਬਾਹਰ ਸੰਸਾਰ ਦੇ ਵਿੱਚ ਹੀ ਸੁੱਖ ਨੂੰ ਮਾਣਦੇ ਹੋਏ ਉਸ ਮਿਰਗ ਦੀ ਤਰ੍ਹਾਂ ਜਿਹੜਾ ਸਾਰੀ ਜ਼ਿੰਦਗੀ ਉਦਾਸੀਆਂ ਦੇ ਵਿੱਚ ਹੀ ਬਤੀਤ ਕਰ ਦਿੰਦੇ ਆ। ਇਸੇ ਤਰ੍ਹਾਂ ਆਪਾਂ ਬੰਗਲਾ ਦੇਖਦੇ ਹਾਂ, ਬੰਗਲਾ ਜਿਹੜਾ ਹੈ ਨਾ ਉਹ ਕਦੇ ਵੀ ਹੰਸਾਂ ਦੀ ਤਰ੍ਹਾਂ ਪਾਣੀ ਦੇ ਅੰਦਰ ਨਹੀਂ ਤਰ ਸਕਦਾ। ਇਸੇ ਤਰ੍ਹਾਂ ਜਿਹੜੇ ਗੁਰਨਿੰਦਕ ਹੈ
ਉਹ ਗੁਰਮੁਖਾਂ ਦੇ ਰੀਸ ਜਿਹੜੇ ਹੈ ਜ਼ਿੰਦਗੀ 'ਚ ਕਦੀ ਨਹੀਂ ਕਰ ਸਕਦੇ। ਬਾਕੀ ਆਪਾਂ ਐਵੇਂ ਦੇਖਦੇ ਹਾਂ ਕਿ ਜਿਵੇਂ ਆਪਣੇ ਚਿਚੜੀ ਤੇ ਜੋਕ ਹੁੰਦੀ ਆ, ਚਿਚੜੀ ਤੇ ਜੋਕ ਦਾ ਸੁਭਾਅ ਇਹ ਹੁੰਦਾ ਹੈ ਕਿ ਜੇ ਇਹਨਾਂ ਨੂੰ ਮੱਝਾਂ ਗਾਵਾਂ ਦੇ ਥਣਾਂ 'ਤੇ ਬਿਠਾ ਦਈਏ ਹੈ ਨਾ, ਤੇ ਇਹ ਫਿਰ ਦੁੱਧ ਦੀ ਜਗ੍ਹਾ ਜਿਹੜਾ ਇਹ ਖੂਨ ਹੀ ਪੀਂਦੀਆਂ ਹੈਗੀਆਂ। ਇਹ ਸੁਭਾਅ ਜਿਹੜਾ ਹੈ ਨਾ ਗੁਰਨਿੰਦਕਾਂ ਦਾ ਹੁੰਦਾ ਹੈ। ਭਾਵ ਕੀ ਹੈ ਕਿ ਇਹਨਾਂ ਨੂੰ ਅਗਰ ਅਸੀਂ ਚੰਗੇ ਪਦਾਰਥ ਜਾਂ ਚੰਗੀਆਂ ਚੀਜ਼ਾਂ ਦੇਈਏ ਹੈ ਨਾ, ਤੇ ਇਹਨਾਂ ਦੀ ਬਿਰਤੀ ਜਿਹੜੀ ਹੈ ਹਮੇਸ਼ਾ ਹੀ ਮਲੀਨ ਵੱਲ ਰਹਿੰਦੀ ਹੈ। ਇਹ ਉੱਥੇ ਵੀ ਜਾ ਕੇ ਨਾ ਆਪਣਾ ਸੁਭਾਅ ਨਹੀਂ ਛੱਡਦੇ। ਅੱਗੇ ਆਪਾਂ ਸਿੱਪੀ ਦੇਖਦੇ ਹਾਂ। ਜਿਵੇਂ ਸਿੱਪੀ ਦੇ ਅੰਦਰ ਹੈ ਨਾ ਮੋਤੀ ਹੋਣ ਦੇ ਬਾਵਜੂਦ ਵੀ ਸਿੱਪੀ ਜਿਹੜੀ ਉਹ ਮੁੱਲ ਨਹੀਂ ਪਾਉਂਦੀ ਹੈਗੀ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਉਹ ਸੰਸਾਰ ਦੇ ਵਿੱਚ ਉਸ ਮੋਤੀ ਦੀ ਤਰ੍ਹਾਂ ਹੁੰਦੇ ਆ ਜਿਨ੍ਹਾਂ ਦੇ ਅੰਦਰ ਸਿੱਪੀ ਹੁੰਦੀ ਆ, ਪਰ ਉਹ ਫਿਰ ਵੀ ਹੈ ਨਾ ਇਸ ਸੰਸਾਰ ਦੇ ਅੰਦਰ ਮੁੱਲ ਨਹੀਂ ਪਾਉਂਦੇ। ਚਾਹੇ ਉਹ ਆਪਣਾ ਸਾਰੀ ਜੀਵਨ, ਸਾਰੀ ਉਮਰ, ਸਾਰੇ ਸਵਾਸ ਜ਼ਿੰਦਗੀ ਦੇ ਪਰਉਪਕਾਰ ਦੇ ਵਿੱਚ ਵੀ ਖਰਚ ਕਿਉਂ ਨਾ ਕਰ ਦੇਣ, ਪਰ ਉਹ ਸੰਸਾਰ ਦੇ ਵਿੱਚੋਂ ਕਦੀ ਜੀਂਦੇ ਜੀ ਜਸ ਤੇ ਸੋਭਾ ਨਹੀਂ ਖੱਟਦੇ ਹੈ। ਇਸੇ ਤਰ੍ਹਾਂ ਜਿਵੇਂ ਇੱਕ ਹਾਥੀ ਦਾ ਸੁਭਾਅ ਹੁੰਦਾ ਹੈ ਕਿ ਹਾਥੀ ਨੂੰ ਚਾਹੇ ਅਸੀਂ ਗੰਗਾ ਦੇ ਪਾਣੀ ਦੇ ਅੰਦਰ ਜਿੰਨਾ ਮਰਜ਼ੀ ਇਸ਼ਨਾਨ ਕਰਾ ਦਈਏ, ਪਰ ਜਦੋਂ ਬਾਹਰ ਆਉਂਦਾ ਹੈ ਤਾਂ ਬਾਹਰ ਆ ਕੇ ਫਿਰ ਆਪਣੇ ਸਰੀਰ ਦੇ ਉੱਤੇ ਮਿੱਟੀ ਹੀ ਪਾ ਲੈਂਦਾ ਹੈਗਾ। ਇਹੋ ਸੁਭਾਅ ਗੁਰਨਿੰਦਕਾਂ ਦਾ ਹੁੰਦਾ ਹੈਗਾ। ਕਿ ਅੱਗੇ ਫਿਰ ਆਪਾਂ ਹੈ ਨਾ ਗਧੇ ਦੀ ਗੱਲ ਕਰਦੇ ਹਾਂ। ਜਿਵੇਂ ਗਧੇ 'ਤੇ ਹੈ ਨਾ ਕਸਤੂਰੀ ਦਾ ਛਿੜਕਾਅ ਕਰਦੇ ਹੀ ਹੈ, ਪਰ ਗਧੇ ਦੀ ਪ੍ਰੀਤ ਜਿਹੜੀ ਹੈ ਨਾ ਹਮੇਸ਼ਾ ਸੁਆਹ ਦੇ ਨਾਲ ਹੁੰਦੀ ਆ। ਜਦ ਤੱਕ ਉਹ ਸੁਆਹ ਦੇ ਵਿੱਚ ਲਿਟ ਨਹੀਂ ਲੈਂਦਾ ਉਹਦੇ ਮਨ ਨੂੰ ਖੁਸ਼ੀ ਨਹੀਂ ਮਿਲਦੀ। ਇਸੇ ਤਰ੍ਹਾਂ ਗੁਰਨਿੰਦਕ ਹੁੰਦੇ ਆ, ਇਹਨਾਂ ਦੇ ਉੱਤੇ ਨਾਮ ਦੀ ਜਿੰਨੀ ਮਰਜ਼ੀ ਕਸਤੂਰੀ ਤੁਸੀਂ ਛਿੜਕਾ ਦਿਓ, ਪਰ ਇਹਨਾਂ ਦੀ ਪ੍ਰੀਤ ਜਿਹੜੀ ਹੈ ਉਹ ਗਧੇ ਦੀ ਨਿਆਈ ਹੁੰਦੀ ਹੈ। ਜਦ ਤੱਕ ਇਹ ਉਸ ਗੰਧ ਦੇ ਨਿੰਦਕ ਦੀ ਸੁਆਹ ਦੇ ਅੰਦਰ ਨਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਢਾਲ ਲੈਣ, ਇਹਨਾਂ ਦੇ ਮਨ ਨੂੰ ਤਸੱਲੀ ਨਹੀਂ ਹੁੰਦੀ। ਇਸੇ ਤਰ੍ਹਾਂ ਜਿਵੇਂ ਊਠ ਹੁੰਦਾ ਹੈ ਨਾ, ਬਾਣੀ ਦੱਸਦੀ ਆ ਕਿ ਊਠ ਜਿਹੜਾ ਹੈ ਨਾ ਕਣਕ ਦੀ ਫਸਲ ਨੂੰ ਛੱਡ ਕੇ ਹਮੇਸ਼ਾ ਜਵਾਹੇ ਵੱਲ ਨੂੰ ਭੱਜਦਾ ਹੈਗਾ। ਇਸ ਤਰ੍ਹਾਂ ਜਿਹੜੇ ਨਿੰਦਕ ਹੈ ਗੁਰੂ ਦੀ ਉਪਮਾ ਨੂੰ ਛੱਡ ਕੇ ਹਨ ਹਮੇਸ਼ਾ ਗੁਰੂ ਦੀ ਨਿੰਦਾ ਵੱਲੋਂ ਹੀ ਭੱਜਦੇ ਆ। ਇਹੋ ਹੀ ਸੁਭਾਅ ਇਹਨਾਂ ਦੇ ਅੰਦਰ ਜਿਹੜਾ ਹੈ ਉਹ ਪਰਪੱਕ ਹੁੰਦਾ ਹੈ। ਇਸ ਤਰ੍ਹਾਂ ਜਿਵੇਂ ਅਸੀਂ ਦੇਖਦੇ ਹਾਂ ਕਿ ਮੱਖੀ ਜਿਹੜੀ ਹੈ ਨਾ ਸੁਗੰਧੀ ਨੂੰ ਛੱਡ ਕੇ ਹਮੇਸ਼ਾ ਗੰਦਗੀ ਦੇ ਢੇਰ ਵੱਲ ਹੀ ਭੱਜਦੀ ਆ। ਬਸ ਇਹੋ ਹੀ ਸੁਭਾਅ ਜਿਹੜਾ ਹੈ ਨਾ ਇਹ ਗੁਰਨਿੰਦਕਾਂ ਦਾ ਹੁੰਦਾ ਹੈਗਾ। ਜਿਵੇਂ ਆਪਾਂ ਦੇਖਦੇ ਹਾਂ ਕਿ ਜਿਹੜਾ ਤੋਤਾ ਹੁੰਦਾ ਹੈ ਨਾ, ਤੋਤਾ ਜਦੋਂ ਉਹਨੂੰ ਅਸੀਂ ਫੜਨ ਵਾਸਤੇ ਇੱਕ ਜਿਹੜੀ ਨਲੀ ਆ ਨਲੀ ਦੇ ਉੱਤੇ ਬਿਠਾ ਦਿੰਦੇ ਆ, ਅਤੇ ਤੋਤਾ ਜਦੋਂ ਉਸ ਨਲੀ ਨੂੰ ਫੜ ਕੇ ਥੱਲੇ ਬੇਰ ਖਾਣ ਨੂੰ ਜਾਂ ਜਿਹੜੀ ਚੀਜ਼ ਟੰਗੀ ਹੁੰਦੀ ਸ਼ਿਕਾਰੀ ਦੀ ਉਹਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈਗਾ, ਪਰ ਆਪਣਾ ਥੱਲੇ ਪਰਛਾਵਾਂ ਦੇਖ ਕੇ ਤਾਂ ਉਹ ਇਸ ਪਰਛਾਵੇਂ ਤੋਂ ਡਰਦਾ ਰਹਿੰਦਾ ਹੈਗਾ। ਪਰ ਉਹਨੂੰ ਅਸਲੀਅਤ ਦਾ ਨਾ ਗਿਆਨ ਹੋਣ ਕਰਕੇ ਉਹ ਜਿਹੜੇ ਨਲੀ ਆ ਉਹਨੂੰ ਨਲੀ ਨੂੰ ਕਦੀ ਨਹੀਂ ਛੱਡਦਾ ਹੈਗਾ, ਫਿਰ ਉਹ ਸ਼ਿਕਾਰੀ ਦੇ ਵੱਸ ਦੇ ਵਿੱਚ ਆ ਜਾਂਦਾ ਹੈ। ਇਹੋ ਹੀ ਸੁਭਾਅ ਜਿਹੜਾ ਹੈ ਨਾ ਉਹ ਗੁਰਨਿੰਦਕਾਂ ਦਾ ਹੁੰਦਾ ਹੈ। ਭਾਵ ਕੀ ਆ, ਉਹ ਆਪਣਾ ਸੁਭਾਅ ਜਿਹੜਾ ਹੈ ਉਹ ਕਦੀ ਨਹੀਂ ਛੱਡਦੇ। ਇਸ ਤਰ੍ਹਾਂ ਜਿਵੇਂ ਬਾਂਦਰ ਹੁੰਦਾ ਹੈ ਨਾ, ਜਦੋਂ ਬਾਂਦਰ ਨੂੰ ਕੋਈ ਚੀਜ਼ ਦਿੱਤੀ ਜਾਂਦੀ ਹੈ ਉਸ ਟਾਈਮ ਉਹ ਆਪਣੀ ਮੁੱਠੀ ਖੋਲ੍ਹਦਾ ਹੈਗਾ, ਪਰ ਫਿਰ ਉਹਦਾ ਸੁਭਾਅ ਹੈ ਚੀਜ਼ ਲੈ ਕੇ ਉਸੇ ਟਾਈਮ ਬਾਅਦ ਵਿੱਚ ਆਪਣੀ ਮੁੱਠੀ ਬੰਦ ਕਰ ਲੈਂਦਾ ਹੈਗਾ, ਪਰ ਇਸੇ ਬੰਦ ਮੁੱਠੀ ਦੇ ਕਾਰਨ ਉਹ ਸ਼ਿਕਾਰੀ ਦੀ ਭੇਟਾ ਚੜ੍ਹ ਜਾਂਦਾ ਹੈਗਾ। ਇਹੋ ਸੁਭਾਅ ਜਿਹੜਾ ਹੈ ਨਾ ਇਹ ਨਿੰਦਕਾਂ ਦਾ ਹੁੰਦਾ ਹੈਗਾ। ਭਾਵ ਕੀ ਹੈ ਕਿ ਜਦੋਂ ਵੀ ਉਹਨਾਂ ਦੇ ਅੰਦਰ ਜਿਹੜੀ ਹੈਗੀ ਆ ਕੋਈ ਲਾਭ ਦੀ ਜਾਂ ਕੋਈ ਸਵਾਰਥ ਦੀ ਗੱਲ ਹੁੰਦੀ ਹੈ ਤਦ ਤੱਕ ਉਹ ਥੋੜ੍ਹਾ ਜਿਹਾ ਨਿਭ ਜਾਂਦੇ, ਪਰ ਜਦੋਂ ਸਵਾਰਥ ਉਹਨਾਂ ਦਾ ਪੂਰਾ ਹੋ ਜਾਂਦਾ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਫਿਰ ਵੈਸੀ ਦੀ ਵੈਸੀ ਹੋ ਜਾਂਦੀ ਆ। ਸੋ ਅਗਲਾ ਸੁਭਾਅ ਜਿਹੜਾ ਹੈ ਨਾ ਉਹ ਗਧੇ ਦਾ ਹੁੰਦਾ ਹੈਗਾ। ਜਿਵੇਂ ਗਧੇ ਜਿਹੜੇ ਹਨ ਉਹ ਕਦੀ ਹਿੰਗਣਾ ਨਹੀਂ ਛੱਡਦੇ, ਇਹੋ ਸੁਭਾਅ ਜਿਹੜਾ ਨਿੰਦਕਾਂ ਦਾ ਹੁੰਦਾ ਹੈ। ਨਿੰਦਕ ਜਿਹੜੇ ਹਨ ਨਾ ਉਹ ਕਦੀ ਵੀ ਚੁੱਪ ਨਹੀਂ ਬਹਿੰਦੇ, ਜਦ ਵੀ ਸਮਾਂ ਜਿਹੜਾ ਉਹਨਾਂ ਨੂੰ ਮਿਲਦਾ ਹੈਗਾ ਉਹ ਗੁਰੂ ਘਰ ਦੀ ਨਿੰਦਾ ਦੇ ਵਿੱਚ ਬਤੀਤ ਕਰ ਦਿੰਦੇ ਆ। ਇਹੋ ਹੀ ਸੁਭਾਅ ਜਿਹੜਾ ਹੈ ਨਾ ਇਹ ਕੁੱਤੇ ਦਾ ਹੁੰਦਾ ਹੈਗਾ। ਜਿਵੇਂ ਕੁੱਤਾ ਜਿਹੜਾ ਹੈ ਉਸ ਨੂੰ ਜਿੰਨਾ ਮਰਜ਼ੀ ਤੁਸੀਂ ਪਿਆਰ ਦੇ ਨਾਲ ਪਰੋਸ ਕੇ ਉਹਦੀ ਸੇਵਾ ਪਾਣੀ ਕਰੋ, ਪਰ ਕੁੱਤਾ ਜਿਹੜਾ ਹੈ ਨਾ ਕਦੀ ਵੀ ਚੱਕੀ ਚਟਣੀ ਨਹੀਂ ਛੱਡਦਾ ਹੈਗਾ। ਇਹੋ ਹੀ ਸੁਭਾਅ ਜਿਹੜਾ ਹੈ ਨਾ ਗੁਰਨਿੰਦਕਾਂ ਦਾ ਹੁੰਦਾ ਹੈ। ਬਾਕੀ ਜਿਵੇਂ ਕੁਫੱਕੜ ਮਨੁੱਖ ਹੁੰਦੇ ਹਨ, ਇਹ ਜਿਹੜੇ ਕੁਫੱਕੜ ਮਨੁੱਖ ਹੁੰਦੇ ਆ ਇਹ ਹਮੇਸ਼ਾ ਹੈ ਨਾ ਸੱਪ ਜਾਣ ਤੋਂ ਬਾਅਦ ਉਸਦੀ ਜਿਹੜੀ ਲੀਕ ਹੈ ਉਹਦੀ ਲਕੀਰ ਉਹਨੂੰ ਹੀ ਸੋਟੀ ਨਾਲ ਕੁੱਟਦੇ ਰਹਿੰਦੇ ਆ। ਇਹੋ ਹੀ ਸੁਭਾਅ ਜਿਹੜਾ ਹੈਗਾ ਇਹ ਨਿੰਦਕਾਂ ਦੇ ਵਿੱਚ ਪਾਇਆ ਜਾਂਦਾ ਹੈਗਾ ਕੁਫੱਕੜ ਮਨੁੱਖ ਦੀ ਤਰ੍ਹਾਂ। ਜਿਵੇਂ ਭੇਡ ਦਾ ਸੁਭਾਅ ਹੁੰਦਾ ਹੈਗਾ, ਭੇਡ ਜਿਹੜੀ ਹੈ ਨਾ ਕਦੇ ਵੀ ਆਪਣੀ ਭੇਡ ਚਾਲ ਨਹੀਂ ਛੱਡਦੀ, ਚਾਹੇ ਉਹਨੂੰ ਤੁਸੀਂ ਜਿੰਨਾ ਮਰਜ਼ੀ ਕਾਇਦਾ ਕਾਨੂੰਨ ਸਿਖਾ ਦਿਓ, ਪਰ ਉਹ ਹਮੇਸ਼ਾ ਹੀ ਜਦ ਉਹਨਾਂ ਨੂੰ ਮੌਕਾ ਮਿਲਦਾ ਹੈ ਆਪਣੀ ਭੇਡ ਚਾਲ ਦੇ ਵਿੱਚ ਮਸਤ ਹੋ ਜਾਂਦੀ ਹੈ। ਇਹੋ ਹੀ ਸੁਭਾਅ ਨਿੰਦਕਾਂ ਦਾ ਪਾਇਆ ਜਾਂਦਾ ਹੈਗਾ। ਜਿਵੇਂ ਮੀਣਾ ਮਨੁੱਖ ਹੁੰਦਾ ਹੈ ਨਾ, ਜਿਹੜੀ ਅੰਦਰਲੀ ਬਿਰਤੀ ਹੋਰ ਹੈ ਅਤੇ ਬਾਹਰ ਦੀ ਹੋਰ ਹੈ। ਬਾਹਰ ਦਾ ਜਿਹਦਾ ਭੇਖ ਉਹ ਦਿਖਾਵੇ ਵਾਲਾ ਹੁੰਦਾ ਹੈ, ਪਰ ਅੰਦਰ ਜਿਹੜਾ ਹੈਗਾ ਉਹ ਕਈ ਤਰ੍ਹਾਂ ਦੀਆਂ ਚਾਲਾਂ ਜਿਹੜੀਆਂ ਹੈਗੀਆਂ ਦਾ ਗੁੰਦਾ ਰਹਿੰਦਾ ਹੈਗਾ। ਅਤੇ ਇਹ ਜਿਹੜਾ ਮੀਣਾ ਮਨੁੱਖ ਹੈ ਇਹ ਦੂਸਰੇ ਮਨੁੱਖਾਂ ਦੇ ਨਾਲੋਂ ਪਰਿਵਾਰ ਦੇ ਨਾਲੋਂ ਬਦਖਲ ਕਰ ਦਿੱਤਾ ਜਾਂਦਾ ਹੈ। ਇਹ ਸੁਭਾਅ ਜਿਹੜਾ ਇਹ ਨਿੰਦਕਾਂ ਦਾ ਹੁੰਦਾ ਹੈ। ਜਿਵੇਂ ਇੱਕ ਭਿਬਚਾਰਨ ਇਸਤਰੀ ਹੋਵੇ, ਉਹ ਜਿਹੜੀ ਭਿਬਚਾਰਨ ਇਸਤਰੀ ਹੈ ਉਹਦਾ ਸੁਭਾਅ ਇਹੋ ਹੀ ਜਿਹੜਾ ਹਮੇਸ਼ਾ ਰਹਿੰਦਾ ਹੈ ਕਿ ਉਹ ਹਮੇਸ਼ਾ ਪਰਾਇਆ ਘਰ ਹੀ ਤੱਕਦੀ ਰਹਿੰਦੀ ਹੈ।
ਤੇ ਇਹੋ ਹੀ ਸੁਭਾਅ ਜਿਹੜਾ ਹੈ ਉਹ ਨਿੰਦਕਾਂ ਦਾ ਹੁੰਦਾ ਹੈ। ਜੋ ਨਿੰਦਕ ਜਿਹੜੇ ਹੈਗੇ ਆ ਉਹ ਪਰਾਏ ਘਰ ਨੂੰ ਭਾਵ ਕੀ ਆ ਕਿਸੇ ਐਸੇ ਸ਼ਿਕਾਰ ਨੂੰ ਹਮੇਸ਼ਾ ਆਪਣੀ ਲਪੇਟ ਦੇ ਵਿੱਚ ਲੈਣਾ ਚਾਹੁੰਦੇ ਆ ਜਿਸ ਤੋਂ ਉਹ ਜਿਹੜਾ ਹੈਗਾ ਆਪਣਾ ਸਵਾਰਥ ਪੂਰਾ ਕਰ ਸਕਣ। ਇਸੇ ਤਰ੍ਹਾਂ ਜਿਵੇਂ ਇੱਕ ਸਿਆਣਾ ਕਾਂ ਹੁੰਦਾ ਨਾ, ਸਿਆਣਾ ਕਾਂ ਹੋਣ ਦੇ ਬਾਵਜੂਦ ਵੀ ਉਹ ਹਮੇਸ਼ਾ ਜਿਹੜਾ ਹੈਗਾ ਉਹ ਵਿਸ਼ਟਾ ਖਾਂਦਾ ਹੈਗਾ ਤਾਂ ਮੰਦਾ ਬੋਲਦਾ ਹੈਗਾ। ਇਹੋ ਸੁਭਾਅ ਨਿੰਦਕਾਂ ਦਾ ਹੁੰਦਾ ਹੈਗਾ ਕਿ ਉਹਨਾਂ ਦਾ ਜਿਹੜਾ ਸੁਭਾਅ ਹੈ ਉਹ ਕਾਂ ਦੀ ਜਿਹੜੀ ਨਿਆਈ ਹੁੰਦਾ ਹੈਗਾ। ਉਹ ਜਿਵੇਂ ਕਾਂ ਵਿਸ਼ਟਾ ਖਾਂਦਾ ਅਤੇ ਮੰਦਾ ਬੋਲਦਾ, ਇਸੇ ਤਰ੍ਹਾਂ ਇਹ ਨਿੰਦਕਾਂ ਦਾ ਸੁਭਾਅ ਹੁੰਦਾ ਹੈਗਾ। ਸੋ ਅੱਗੇ ਜਿਹੜਾ ਕੀ ਹੁੰਦਾ ਹੈਗਾ ਕਿ ਜਿਹੜਾ ਨਿੰਦਕਾਂ ਦਾ ਸੁਭਾਅ ਹੁੰਦਾ ਹੈ ਨਾ, ਉਹ ਕਾਲੇ ਕੰਬਲ ਦੀ ਤਰ੍ਹਾਂ ਹੁੰਦਾ ਹੈ। ਜਿਵੇਂ ਕਾਲਾ ਕੰਬਲ ਜਿਹੜਾ ਹੈ ਨਾ ਧੂਣ ਦੇ ਉੱਤੇ ਵੀ ਜਿਹੜਾ ਹੈ ਨਾ ਕਦੀ ਵੀ ਚਿੱਟਾ ਨਹੀਂ ਹੁੰਦਾ। ਇਹੋ ਸੁਭਾਅ ਜਿਹੜਾ ਉਹ ਹੈ ਉਹ ਨਿੰਦਕਾਂ ਦਾ ਹੁੰਦਾ ਹੈ। ਜਿਵੇਂ ਇੱਕ ਕਹਿਣ ਦਾ ਭਾਂਡਾ ਹੁੰਦਾ ਹੈ ਨਾ, ਕਹਿਣ ਦੇ ਭਾਂਡੇ ਨੂੰ ਜਿੰਨਾ ਮਰਜ਼ੀ ਧੋ ਲਓ ਪਰ ਉਹ ਆਪਣੀ ਕਦੀ ਕਾਰਖ ਨਹੀਂ ਛੱਡਦਾ। ਇਹੋ ਹੀ ਸੁਭਾਅ ਜਿਹੜਾ ਹੈ ਨਾ ਨਿੰਦਕਾਂ 'ਚ ਪਾਇਆ ਜਾਂਦਾ ਹੈਗਾ। ਨਿੰਦਕ ਜਿਹੜੇ ਹਨ ਉਹ ਜਿਹੜੇ ਹੈ ਕਦੀ ਵੀ ਆਪਣੀ ਕਾਲਖ ਨਹੀਂ ਛੱਡਦੇ, ਭਾਵ ਆਪਣਾ ਧੱਬਾ ਜਿਹੜਾ ਹੈਗਾ ਉਹ ਜਾਂਦੇ ਜਾਂਦੇ ਕਿਸੇ ਗੁਰਮੁਖ ਪਿਆਰੇ ਦੇ ਨਾਲ ਜਿਹੜਾ ਹੈਗਾ ਮਾੜਾ ਮੋਟਾ ਲਾ ਹੀ ਦਿੰਦੇ ਆ। ਇਸੇ ਤਰ੍ਹਾਂ ਜਿਵੇਂ ਤੁੰਬੇ ਦਾ ਫਲ ਹੁੰਦਾ ਹੈਗਾ, ਤੁੰਬੇ ਦੇ ਫਲ ਨੂੰ ਭਾਵੇਂ 68 ਤੀਰਥਾਂ 'ਤੇ ਇਸ਼ਨਾਨ ਕਰਾ ਦਈਏ ਪਰ ਉਹ ਆਪਣੀ ਕੜਤਣ ਨਹੀਂ ਛੱਡਦਾ। ਇਹੋ ਹੀ ਸੁਭਾਅ ਜਿਹੜਾ ਹੈ ਨਾ ਇਹ ਨਿੰਦਕ ਦਾ ਹੁੰਦਾ ਹੈ। ਜਿਵੇਂ ਆਪਾਂ ਸ਼ਤਰਮੁਰਗ ਦੇਖਦੇ ਹਾਂ, ਜਿਹੜਾ ਸ਼ਤਰਮੁਰਗ ਹੁੰਦਾ ਹੈ ਉਹ ਸਾਰੇ ਪੰਛੀਆਂ ਤੋਂ ਭਾਰਾ ਹੋਣ ਦੇ ਬਾਵਜੂਦ ਵੀ ਉੱਡਣ ਤੋਂ ਰਹਿਤ ਹੁੰਦਾ ਹੈ। ਇਸੇ ਤਰ੍ਹਾਂ ਨਿੰਦਕ ਹੁੰਦੇ ਆ। ਨਿੰਦਕ ਵੀ ਆਪਣੇ ਆਪ ਨੂੰ ਦੂਸਰੇ ਆਦਮੀਆਂ ਜਿੰਨੇ ਵੀ ਹੁੰਦੇ ਸਾਰਿਆਂ ਨੂੰ ਸਿਆਣਾ ਸਮਝਦੇ ਆ, ਪਰ ਸ਼ਤਰਮੁਰਗ ਦੀ ਨਿਆਈ ਜਿਹੜੇ ਹੈ ਇਹ ਵੀ ਆਕਾਸ਼ ਦੇ ਵਿੱਚ ਕਦੇ ਉੱਡ ਨਹੀਂ ਸਕਦੇ ਹੈ। ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜਿਹੜਾ ਨਿੰਦਕ ਹੁੰਦਾ ਹੈ ਨਾ, ਨਿੰਦਕ ਇਹ ਸੰਗਤ ਦੇ ਵਿੱਚ ਬੈਠਾ ਹੋਇਆ ਵੀ ਕਦੀ ਆਪਣਾ ਨਿੰਦਾ ਦਾ ਸੁਭਾਅ ਨਹੀਂ ਛੱਡਦਾ। ਬਸ ਇਹ ਜਿਹੜੀ ਸੁਭਾਅ ਹੈਗਾ ਨਿੰਦਕ ਦਾ ਹਮੇਸ਼ਾ ਹੀ ਉਹਦੇ ਅੰਦਰ ਜਿਹੜਾ ਹੈ ਪ੍ਰਪੱਕ ਰਹਿੰਦਾ ਹੈਗਾ। ਜਿਵੇਂ ਅੱਗੇ ਆਪਾਂ ਦੇਖਦੇ ਹਾਂ ਕਿ ਇੱਕ ਅੰਨਾ ਆਗੂ ਹੋਵੇ, ਜਿਹੜਾ ਅੰਨਾ ਆਗੂ ਹੁੰਦਾ ਹੈ ਨਾ ਉਹਨੂੰ ਜਿੰਨਾ ਤੋਂ ਤੁਸੀਂ ਮਰਜ਼ੀ ਸਮਝਾ ਦਿਓ, ਰਸਤੇ ਦਾ ਗਿਆਨ ਕਰਾ ਦਿਓ, ਸਾਰੇ ਵਿਚਾਰ ਚੰਗੇ ਸ਼ੁਭ ਦੱਸੋ, ਪਰ ਜਦੋਂ ਉਸ ਅੰਨੇ ਆਗੂ ਨੂੰ ਅਸੀਂ ਹੈ ਨਾ ਕਿਸੇ ਜਥੇ ਦੇ ਨਾਲ ਅੱਗੇ ਤੋਰ ਦਈਏ ਉਹ ਹਮੇਸ਼ਾ ਹੀ ਨੇ ਹੈ ਨਾ ਉਲਟਾ ਹੀ ਰਸਤਾ ਲੱਭਦਾ ਹੈਗਾ। ਅਤੇ ਜਿੱਥੇ ਉਹਦੇ ਨਾਲ ਦੇ ਸੰਗੇ ਸਾਥੀ ਜਿਹੜੇ ਹੈ ਉਹਨਾਂ ਨੂੰ ਉਸ ਉਲਟੇ ਮਾਰਗ ਦੇ ਵਿੱਚ ਜਾ ਕੇ ਹੈ ਨਾ ਫਸਾ ਦਿੰਦਾ ਹੈਗਾ। ਇਹ ਅੰਨੇ ਆਗੂ ਦੀ ਨਿਸ਼ਾਨੀ ਹੁੰਦੀ, ਇਹੋ ਜਿਹੜੀ ਨਿਸ਼ਾਨੀ ਹੈ ਇਹ ਨਿੰਦਕ ਦੀ ਹੁੰਦੀ ਆ। ਜਿਵੇਂ ਲਸਣ ਹੁੰਦਾ ਹੈ, ਲਸਣ ਨੂੰ ਚਾਹੇ ਤੁਸੀਂ ਛਿਪ ਕੇ ਖਾ ਲਓ, ਇਹਦੀ ਜਿਹੜੀ ਸੁਗੰਧੀ ਹੈ ਹਮੇਸ਼ਾ ਪ੍ਰਗਟ ਹੀ ਹੋ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਨਿੰਦਕ ਦਾ ਸੁਭਾਅ ਹੁੰਦਾ ਹੈਗਾ ਕਿ ਨਿੰਦਕ ਜਿੱਥੇ ਮਰਜ਼ੀ ਲੁੱਕ ਕੇ ਛੁਪ ਕੇ ਬੈਠਾ ਰਹੇ ਪਰ ਉਹ ਆਪਣੀ ਨਿੰਦਾ ਦੀ ਜਿਹੜੀ ਦੁਰਗੰਧੀ ਹੈਗੀ ਆ ਉਹਨੂੰ ਉੱਥੇ ਫੈਲਾ ਹੀ ਦੇਵੇਗਾ। ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜਿਵੇਂ ਉੱਲੂ ਹੁੰਦਾ ਹੈ, ਉੱਲੂ ਨੂੰ ਜਿਹੜਾ ਸੂਰਜ ਕਦੇ ਵੀ ਜਿਹੜਾ ਹੈ ਨਾ ਦਿਖਾਈ ਨਹੀਂ ਦਿੰਦਾ ਹੈਗਾ, ਪਰ ਅਗਰ ਉੱਲੂ ਨੂੰ ਸੂਰਜ ਦਿਖਾਈ ਨਾ ਦੇਵੇ ਇਹਦੇ ਵਿੱਚ ਸੂਰਜ ਦਾ ਕੋਈ ਦੋਸ਼ ਨਹੀਂ ਹੁੰਦਾ ਹੈਗਾ ਕਿ ਸੂਰਜ ਦਾ ਸੁਭਾਅ ਤਾਂ ਚਾਨਣਾ ਹੀ ਹੁੰਦਾ ਹੈ, ਪਰ ਉੱਲੂ ਨੂੰ ਸੂਰਜ ਦਿਖਾਈ ਨਹੀਂ ਦਿੰਦਾ। ਇਸ ਕਰਕੇ ਉੱਲੂ ਜਿਹੜਾ ਹੈ ਨਾ ਉਹ ਦਿਨ ਨੂੰ ਵੀ ਰਾਤ ਹੀ ਸਮਝਦਾ ਹੈ। ਇਹੋ ਸੁਭਾਅ ਨਿੰਦਕ ਦਾ ਹੁੰਦਾ ਹੈ। ਨਿੰਦਕ ਜਿਹੜਾ ਹੈ ਨਾ ਗੁਰੂ ਗਿਆਨ ਦੇ ਚਾਨਣ ਨੂੰ ਹਮੇਸ਼ਾ ਹਨੇਰਾ ਹੀ ਸਮਝਦਾ ਰਹਿੰਦਾ ਹੈਗਾ ਅਤੇ ਉਹਨਾਂ ਲੋਕਾਂ ਨੂੰ ਜਿਹੜੇ ਇਹਦਾ ਸਾਥ ਦਿੰਦੇ ਆ ਉਸ ਨੂੰ ਇਸ ਹਨੇਰੇ ਦਾ ਗਿਆਨ ਕਰਾਉਂਦਾ ਹੈ। ਉਹ ਦੂਸਰੇ ਨੂੰ ਇਹ ਕਹਿ ਦਿੰਦਾ ਹੈ ਕਿ ਇਸ ਤਰ੍ਹਾਂ ਦਾ ਗਿਆਨ ਦਾ ਸੂਰਜ ਕੋਈ ਨਹੀਂ ਹੁੰਦਾ ਹੈ। ਇਹ ਸੁਭਾਅ ਜਿਹੜਾ ਹੈ ਨਾ ਨਿੰਦਕ ਦਾ ਉੱਲੂ ਦੀ ਨਿਆਈ ਹੁੰਦਾ ਹੈ। ਜਿਵੇਂ ਆਪਾਂ ਮਿਰਗ ਦੇਖਦੇ ਹਾਂ, ਮਿਰਗ ਜਿਹੜਾ ਹੈ ਨਾ ਕਸਤੂਰੀ ਹੋਣ ਦੇ ਬਾਵਜੂਦ ਹੀ ਹਮੇਸ਼ਾ ਉਦਾਸ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਦਿੰਦਾ ਹੈਗਾ। ਇਹ ਸੁਭਾਅ ਜਿਹੜਾ ਹੈ ਗੁਰਨਿੰਦਕਾਂ ਦਾ ਹੁੰਦਾ ਹੈ। ਬਾਕੀ ਜਿਵੇਂ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਮੱਖੀਆਂ ਹੁੰਦੀਆਂ ਹਨ ਘਿਓ ਦੇ ਅੰਦਰ ਕਦੀ ਵੀ ਨਹਾ ਨਹੀਂ ਸਕਦੀਆਂ ਹੈ, ਇਸੇ ਤਰ੍ਹਾਂ ਜਿਹੜੇ ਨਿੰਦਕ ਹੈਗੇ ਆ ਉਹ ਗੁਰੂ ਦੇ ਸਮੁੰਦਰ ਸਰੋਵਰ ਦੇ ਵਿੱਚ ਜਿਹੜੇ ਹੈ ਨਾ ਕਦੀ ਇਸ਼ਨਾਨ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦਾ ਇਸ਼ਨਾਨ ਕੀਤਾ ਹੀ ਜਿਹੜਾ ਹੈ ਨਾ ਉਹ ਉਹਨਾਂ ਮੱਖੀਆਂ ਵਰਗਾ ਹੁੰਦਾ ਹੈ ਜਿਹੜੀਆਂ ਘਿਓ ਦੇ ਵਿੱਚ ਕਦੀ ਨਹਾ ਨਹੀਂ ਸਕਦੀਆਂ। ਸੋ ਗੁਰਮੁਖ ਪਿਆਰਿਓ, ਗੁਰਬਾਣੀ ਦੇ ਅੰਦਰ ਜੋ ਨਿੰਦਕ ਦਾ ਸੁਭਾਅ ਦਿੱਤਾ ਗਿਆ ਹੈਗਾ, ਇਹ ਸੁਭਾਅ ਉਹਨਾਂ ਦੇ ਅੰਦਰ ਜਿਹੜਾ ਹੈ ਨਾ ਆਦਤ ਤੋਂ ਮਜਬੂਰ ਬਣ ਜਾਂਦਾ ਹੈਗਾ। ਇਸ ਕਰਕੇ ਜ਼ਰੂਰੀ ਹੈ ਕਿ ਇਹੋ ਜਿਹੇ ਗੁਰਨਿੰਦਕਾਂ ਦੀ ਜਿਹੜੀ ਸੰਗਤ ਵਾ ਇਸ ਨੂੰ ਛੱਡ ਕੇ ਹਮੇਸ਼ਾ ਗੁਰਮੁਖ ਪਿਆਰਿਆਂ ਦੀ ਸੰਗਤ ਜਿਹੜੀ ਕਰਨੀ ਚਾਹੀਦੀ ਆ, ਤਾਂ ਜੋ ਉਹਨਾਂ ਦਾ ਜਿਹੜਾ ਜੀਵਨ ਹੈ, ਜਿਹੜੇ ਸਤ ਸੰਗਤ ਕਰਦੇ ਆ ਉਹ ਹਮੇਸ਼ਾ ਉੱਚਾ ਅਤੇ ਸੁੱਚਾ ਹੋ ਸਕੇ, ਉਹ ਆਪਣੇ ਜੀਵਨ ਦੇ ਵਿੱਚ ਚੜ੍ਹਦੀ ਕਲਾ ਮਾਣ ਸਕਣ ਅਤੇ ਜੋ ਅਸਲ ਸੱਚਾਈ ਗੁਰਬਾਣੀ ਦੀ ਹੈ ਨਾ ਉਹਨੂੰ ਪ੍ਰਾਪਤ ਕਰਕੇ ਆਪਣਾ ਅਤੇ ਦੂਸਰਿਆਂ ਦਾ ਜੀਵਨ ਨੂੰ ਉੱਚਾ ਬਣਾ ਸਕਣ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।